ਤੁਸੀਂ 2012 ਦੀ ਇਲੈਕਸ਼ਨ ਲੜੀ ਸੀ ਸਨੌਰ ਤੋਂ। ਅਕਾਲੀ ਦਲ ਨੇ ਤੁਹਾਨੂੰ ਟਿਕਟ ਵੀ ਦਿੱਤੀ ਸੀ, ਬੜੇ ਥੋੜੇ ਮਾਰਜਨ, ਬੜੀ ਥੋੜੀ ਵੋਟਾਂ ਦਾ ਫਰਕ ਰਹਿ ਗਿਆ ਉਦੋਂ। ਤੁਸੀਂ 2012 ਤੋਂ ਬਾਅਦ 2017 ਦੇ ਵਿੱਚ ਹਲਕਾ ਘਨੌਰ ਤੋਂ ਆਜ਼ਾਦ ਚੋਣ ਲੜੀ, ਜਦੋਂ ਕਿ ਬਣਦਾ ਤੁਹਾਡਾ ਇਹ ਸੀ ਕਿ ਸਨੌਰ ਤੋਂ ਤੁਸੀਂ ਚੋਣ ਲੜਦੇ। ਜੋ ਇਲੈਕਸ਼ਨ ਹੈ ਉਹਦੇ 'ਚ ਮੈਂ ਥੋੜੇ ਜਿਹੇ ਮਾਰਜਨ ਤੇ ਰਹਿ ਗਿਆ। ਮੈਨੂੰ ਹਲਕਾ ਇੰਚਾਰਜ ਵੀ ਬਣਾਇਆ ਤਾਂ ਪਰ ਮੈਨੂੰ ਪ੍ਰੋਪਰਲੀ ਉੱਥੇ ਕੰਮ ਨਹੀਂ ਕਰਨ ਦਿੱਤਾ। ਕਿਹਾ ਕਿ ਬਣਦਾ ਮਾਨ ਸਨਮਾਨ ਨਹੀਂ ਸੀ ਪਾਰਟੀ ਦੇ ਵਿੱਚ ਮਿਲ ਰਿਹਾ, ਇਸ ਕਰਕੇ ਤੁਸੀਂ ਕੁਇਟ ਕਰ ਗਏ। ਪਾਰਟੀ 'ਚ ਜਿਹੜੇ ਫੈਸਲੇ ਲਏ ਜਾਂਦੇ ਸੀ, ਮੀਟਿੰਗਾਂ ਬੁਲਾਈਆਂ ਜਾਂਦੀਆਂ ਸੀ, ਪਰ ਫੈਸਲਾ ਸੁਖਬੀਰ ਸਿੰਘ ਬਾਦਲ ਦਾ ਇਕੱਲੇ ਦਾ ਹੁੰਦਾ ਸੀ। ਕਿਸੇ ਨਾਲ ਉਹ ਸਲਾਹ ਨਹੀਂ ਕਰਦੇ ਸੀ ਤੇ ਜੋ ਡਿਕਟੇਟਰਸ਼ਿਪ ਵਾਲਾ ਇੱਕ ਮਾਹੌਲ ਸੀ, ਉਹ ਮਾਹੌਲ ਇਹਨਾਂ ਨੇ ਕਾਇਮ ਕੀਤਾ ਸੀ। ਕਿਹਦਾ ਕਹਿਣਾ ਸੀ ਕਿ ਤੁਸੀਂ ਘਨੌਰ ਕੰਮ ਕਰ ਲਓ, ਤੁਹਾਨੂੰ ਟਿਕਟ ਦੇਵਾਂਗੇ? ਸੁਖਬੀਰ ਸਿੰਘ ਬਾਦਲ ਜੀ। ਸੁਖਬੀਰ ਸਿੰਘ ਬਾਦਲ ਦਾ। ਤੇ ਅਖੀਰਲੇ ਦਿਨ ਮਖਮੇਲਪੁਰ ਪਰਿਵਾਰ ਨੂੰ ਪਿੱਛੇ ਕਰਕੇ ਤੁਹਾਨੂੰ ਟਿਕਟ ਦੇਵਾਂਗੇ। ਹਾਂ, ਇਹ ਅਲੱਗ-ਅਲੱਗ ਸਮੇਂ ਤੇ ਸਰਵੇ ਕਰਵਾਉਂਦੇ ਸੀਗੇ, ਉਹ ਇਹ ਵੀ ਕਹਿੰਦੇ ਸੀ ਵੀ ਸਰਵੇ ਜਿਹੜੇ ਉਹਨਾਂ ਦੇ ਹੱਕ 'ਚ ਨਹੀਂ, ਬਹੁਤ ਉਲਟ ਹੈ। ਤੁਸੀਂ ਅਕਾਲੀ ਦਲ ਨਾਲ ਬੜਾ ਲੰਮਾ ਸਮਾਂ ਚੱਲੇ ਹੋ, ਤੁਸੀਂ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਿਚਾਲੇ ਫਰਕ ਕੀ ਦੇਖਦੇ ਹੋ? ਹੁਣ ਸਮੇਂ ਦੇ ਨਾਲ ਸੁਖਬੀਰ ਸਿੰਘ ਜੀ ਬਾਦਲ ਹਾਵੀ ਹੋ ਗਏ ਤੇ ਬਾਦਲ ਸਾਹਿਬ ਨੇ ਆਪਣੇ ਨੂੰ ਪਿੱਛੇ ਕਰ ਲਿਆ ਤੇ ਹੁਣ ਸਾਰੇ ਫੈਸਲੇ ਸੁਖਬੀਰ ਸਿੰਘ ਜੀ ਬਾਦਲ ਲੈਣ ਲੱਗ ਗਏ। ਕਾਂਗਰਸ ਪਾਰਟੀ ਵੀ ਜੁਆਇਨ ਕੀਤੀ ਸੀ ਤੇ ਫਿਰ ਥੋੜੇ ਟਾਈਮ ਬਾਅਦ ਤੁਸੀਂ ਕੁਇਟ ਕਰ ਗਏ, ਛੱਡ ਦਿੱਤੀ ਕਾਂਗਰਸ ਪਾਰਟੀ। ਉਹ ਸਫ਼ਰ ਨੂੰ ਕਿਵੇਂ ਦੇਖਦੇ ਹੋ, ਕਾਂਗਰਸ ਪਾਰਟੀ ਦੇ ਸਫ਼ਰ ਨੂੰ? ਕੈਪਟਨ ਅਮਰਿੰਦਰ ਸਿੰਘ ਜੀ ਨੇ ਖਾਸ ਤੌਰ ਤੇ ਨਿੱਜੀ ਤੌਰ ਦੇ ਉੱਤੇ ਮੈਨੂੰ ਬੁਲਾਇਆ ਸੀ। ਮਹਾਰਾਣੀ ਸਾਹਿਬ ਪਾਰਲੀਮੈਂਟਰੀ ਇਲੈਕਸ਼ਨ ਲੜ ਰਹੇ ਹੈ ਤੇ ਆਪਣੇ ਨਿੱਜੀ ਸੰਬੰਧ ਪਰਿਵਾਰਾਂ ਦੇ ਵੀ ਸਾਡੀ ਮਦਦ ਕਰੋ, ਤਾਂ ਮੈਂ ਨਿੱਜੀ ਤੌਰ ਦੇ ਉੱਤੇ ਉਹਨਾਂ ਨਾਲ ਲੱਗ ਕੇ ਇਹਨਾਂ ਦੀ ਮਹਾਰਾਜ ਸਾਹਿਬ ਦੀ ਮਦਦ ਕੀਤੀ ਸੀ। ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਸਾਰੇ ਦੋਸਤਾਂ ਨੂੰ ਜੀ ਆਇਆਂ। ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਚੈਨਲ ਪੰਜਾਬੀ ਜਰੀਏ ਤੁਹਾਡੇ ਨਾਲ ਹਰ ਵਾਰ ਨਵਾਂ ਮੁੱਦਾ, ਨਵੀਂ ਸ਼ਖਸੀਅਤ ਲੈ ਕੇ ਹਾਜ਼ਰ ਹੁੰਦੇ ਹਾਂ। ਅੱਜ ਅਸੀਂ ਗੱਲ ਕਰਾਂਗੇ ਐਸਐਸ ਬੋਰਡ ਦੇ ਸਾਬਕਾ ਚੇਅਰਮੈਨ ਸਰਦਾਰ ਤੇਜਿੰਦਰਪਾਲ ਸਿੰਘ ਸੰਧੂ ਨਾਲ। ਸਰਦਾਰ ਤੇਜਿੰਦਰਪਾਲ ਸਿੰਘ ਸੰਧੂ ਸਰਦਾਰ ਜਸਦੇਵ ਸਿੰਘ ਸੰਧੂ ਦੇ ਸਪੁੱਤਰ ਨੇ, ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਵਾਹਦ ਲੀਡਰ ਸੀ, ਜੋ ਕਈ ਵਾਰ ਐਮਐਲਏ ਰਹੇ ਨੇ ਤੇ ਲੋਕਾਂ ਦੇ ਵਿੱਚ ਬੜੀ ਇੱਕ ਉਹਨਾਂ ਦੀ ਇਮਾਨਦਾਰੀ ਦੀ ਸ਼ਖਸੀਅਤ ਹੈ। ਅੱਜ ਅਸੀਂ ਉਹਨਾਂ ਦੇ ਸਪੁੱਤਰ ਸਰਦਾਰ ਤੇਜਿੰਦਰਪਾਲ ਸਿੰਘ ਨਾਲ ਗੱਲਾਂ ਕਰਾਂਗੇ। ਉਹ ਕੀ ਕਾਰਨ ਰਹੇ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਗਏ, ਕਿਉਂਕਿ ਉਹਨਾਂ ਦਾ ਬੜਾ ਪੁਰਾਣਾ ਨਾਤਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਤੇ ਹੋਰ ਅਸੀਂ ਖੁੱਲ੍ਹ ਕੇ ਵੀ ਗੱਲਾਂ ਬਾਤਾਂ ਕਰਾਂਗੇ, ਮੌਜੂਦਾ ਰਾਜਨੀਤੀ ਬਾਰੇ ਵੀ ਸੰਧੂ ਸਾਹਿਬ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਸੰਧੂ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ। ਸੰਧੂ ਸਾਹਿਬ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਜਸਦੇਵ ਸਿੰਘ ਸੰਧੂ ਦੇ ਸਪੁੱਤਰ ਹੋ, ਤੇ ਕੀ ਕਾਰਨ ਬਣੇ ਅੱਜ ਤੁਸੀਂ ਅਕਾਲੀ ਦਲ ਤੋਂ ਅਲੱਗ ਹੋ ਗਏ? ਅਸਲ 'ਚ ਜੋ ਸ਼੍ਰੋਮਣੀ ਅਕਾਲੀ ਦਲ ਜਿਸ ਸਿਧਾਂਤਾਂ ਦੇ ਉੱਤੇ ਖੜਾ ਸੀ, ਜਿਨ੍ਹਾਂ ਸਿਧਾਂਤਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ, ਤੇ ਅੱਜ ਉਹ ਵਾਲਾ ਸ਼੍ਰੋਮਣੀ ਅਕਾਲੀ ਦਲ ਨਹੀਂ ਰਿਹਾ। ਤੇ ਜੋ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਜਾਂ ਉਹਨਾਂ ਦੇ ਜਿਹੜੇ ਸਾਥੀ ਹੈ, ਉਹ ਨਿੱਜੀ ਜਿਹੜੇ ਮਫਾਦਾਂ ਕਰਕੇ ਫੈਸਲੇ ਲੈ ਰਹੇ ਹੈ, ਜੋ ਸਿੱਖ ਕੌਮ ਦੇ ਵਿਰੁੱਧ ਹੈ, ਪੰਜਾਬ ਦੀ ਜਨਤਾ ਦੇ ਵਿਰੁੱਧ ਹੈ, ਤੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਹੈ ਉਹਦੇ ਉਲਟ ਹੈ। ਇਹਦੇ ਕਰਕੇ ਸਾਡਾ ਸਾਰਿਆਂ ਦਾ ਮਨ ਜਿਹੜਾ ਖੱਟਾ ਹੋ ਗਿਆ ਕਿ ਜੋ ਅਸੀਂ ਸਾਰੇ ਟਕਸਾਲੀ ਅਕਾਲੀ ਪਰਿਵਾਰ ਆ, ਜੋ ਚਾਹੁੰਦੇ ਸੀ ਕਿ ਵੀ ਸਿੱਖ ਕੌਮ ਦਾ ਭਲਾ ਹੋਵੇ, ਪੰਜਾਬ ਦਾ ਭਲਾ ਹੋਵੇ, ਤੇ ਜੋ ਪੰਜਾਬ ਦੀਆਂ ਹੱਕੀ ਮੰਗਾਂ ਉਹਨਾਂ ਵਾਸਤੇ ਸੰਘਰਸ਼ ਕੀਤਾ ਜਾਵੇ। ਤੇ ਹੁਣ ਜੋ ਪ੍ਰੈਜ਼ੈਂਟ ਜੋ ਪਾਰਟੀ ਹੈ, ਲੀਡਰਸ਼ਿਪ ਹੈ, ਇੱਥੇ ਨਹੀਂ ਹੋ ਸਕਦਾ। ਸੰਧੂ ਸਾਹਿਬ, ਤੁਸੀਂ ਐਸਐਸ ਬੋਰਡ ਦੇ ਸਾਬਕਾ ਚੇਅਰਮੈਨ ਹੋ, ਅਕਾਲੀ ਦਲ ਨਾਲ ਤੁਹਾਡਾ ਬੜਾ ਲੰਮਾ ਨਾਤਾ ਰਿਹਾ, ਤੇ ਹੁਣ ਤੁਸੀਂ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਣਾਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦਾ ਇੱਕ ਹਿੱਸਾ ਹੋ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਫ਼ਰ ਤੇ ਅੱਜ ਢੀਂਡਸਾ ਸਾਹਿਬ ਨਾਲ ਸਫ਼ਰ, ਇਹ ਕਿੰਨਾ ਕੁ ਫਰਕ ਹੈ ਤੇ ਸਫ਼ਰ ਇਹ ਕਿਵੇਂ ਚੱਲ ਰਿਹਾ? ਜਿੰਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਾਦਲ ਸਾਹਿਬ ਦੀ ਦੇਖ ਰੇਖ ਸੀਗੀ ਤਾਂ ਬਹੁਤ ਵਧੀਆ ਚੱਲ ਰਿਹਾ ਸੀ, ਤੇ ਜਦੋਂ ਇਹਦੀ ਕਮਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਆਈ, ਉਦੋਂ ਤੋਂ ਇਹਨਾਂ ਨੇ ਜੋ ਟਕਸਾਲੀ ਅਕਾਲੀ ਪਰਿਵਾਰ ਹੈ ਉਹਨਾਂ ਨੂੰ ਪਿੱਛੇ ਕਰਨਾ ਸ਼ੁਰੂ ਕਰਤਾ ਤੇ ਪਾਰਟੀ ਦੀ ਦਿੱਖ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਤੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਸੀਗੇ ਉਹਨਾਂ ਨੂੰ ਤਿਲਾਂਜਲੀ ਦੇ ਕੇ ਮਨਮਾਨੀ ਕਰਨੀ ਸ਼ੁਰੂ ਕਰਤੀਆਂ। ਤੇ ਜੋ ਪਾਰਟੀ 'ਚ ਜਿਹੜੇ ਫੈਸਲੇ ਲਏ ਜਾਂਦੇ ਸੀ, ਮੀਟਿੰਗਾਂ ਬੁਲਾਈਆਂ ਜਾਂਦੀਆਂ ਸੀ, ਪਰ ਫੈਸਲਾ ਸੁਖਬੀਰ ਸਿੰਘ ਬਾਦਲ ਦਾ ਇਕੱਲੇ ਦਾ ਹੁੰਦਾ ਸੀ, ਕਿਸੇ ਨਾਲ ਉਹ ਸਲਾਹ ਨਹੀਂ ਕਰਦੇ ਸੀ। ਤੇ ਜੋ ਡਿਕਟੇਟਰਸ਼ਿਪ ਵਾਲਾ ਇੱਕ ਮਾਹੌਲ ਸੀ, ਉਹ ਮਾਹੌਲ ਇਹਨਾਂ ਨੇ ਕਾਇਮ ਕੀਤਾ ਸੀ। ਤੇ ਇਹਦੇ ਕਰਕੇ ਜਿਹੜੇ ਵੀ ਅਕਾਲੀ ਸੀ, ਜੋ ਪੰਥ ਹਿਤੈਸ਼ੀ ਸੀ, ਪੰਜਾਬ ਹਿਤੈਸ਼ੀ ਸੀ, ਤੇ ਜੋ ਲੰਬੇ ਸਮੇਂ ਤੋਂ ਜਿਨ੍ਹਾਂ ਦੇ ਪਰਿਵਾਰ 2-2 ਪੀੜ੍ਹੀਆਂ 3-3 ਪੀੜ੍ਹੀਆਂ ਅਕਾਲੀ ਦਲ ਨਾਲ
ਰਹੀਆਂ, ਜਿਨ੍ਹਾਂ ਦੇ ਪਰਿਵਾਰਾਂ ਨੇ ਜੇਲ੍ਹਾਂ ਕੱਟੀਆਂ, ਉਹ ਸਾਰੇ ਘੁੱਟਣ ਮਹਿਸੂਸ ਕਰ ਰਹੇ ਸੀ। ਤੇ ਉਹਦੇ 'ਚ ਮੈਂ ਵੀ ਸੀਗਾ, ਉਹਦੇ ਸਰ ਸੁਖਦੇਵ ਸਿੰਘ ਢੀਂਡਸਾ ਵੀ ਸੀ, ਤਲਵੰਡੀ ਪਰਿਵਾਰ, ਗਰਚਾ ਪਰਿਵਾਰ, ਸਾਰੇ ਪਰਿਵਾਰ ਜਿਹੜੇ ਘੁੱਟਣ ਮਹਿਸੂਸ ਕਰ ਰਹੇ ਸੀ। ਤੇ ਇਹਨਾਂ ਸਾਰਿਆਂ ਨੂੰ ਢੀਂਡਸਾ ਸਾਹਿਬ ਨੇ ਇੱਕ ਪਲੇਟਫਾਰਮ ਮੁਹੱਈਆ ਕਰਵਾਇਆ। ਤੇ ਮੈਨੂੰ ਲੱਗਦਾ ਵੀ ਢੀਂਡਸਾ ਸਾਹਿਬ ਦੀ ਛਵੀ ਇੱਕ ਸਾਫ਼ ਛਵੀ ਹੈ, ਤੇ ਉਹ ਇੱਕ ਸਹੀ ਮਾਇਨੇ 'ਚ ਇੱਕ ਟਕਸਾਲੀ ਅਕਾਲੀ ਲੀਡਰ ਹੈ, ਜਿਹਦੇ 'ਤੇ ਸਾਨੂੰ ਵੀ ਵਿਸ਼ਵਾਸ ਹੈ, ਪੰਜਾਬ ਦੀ ਜਨਤਾ ਨੂੰ ਵੀ ਵਿਸ਼ਵਾਸ ਹੈ। ਤੇ ਜੋ ਸਹੀ ਸਿੱਖ ਸਿਧਾਂਤ ਹੈ, ਸ਼੍ਰੋਮਣੀ ਅਕਾਲੀ ਦਲ ਦੇ ਜੋ ਸਿਧਾਂਤ ਹੈ, ਪੰਥਕ ਮੁੱਦੇ ਹੈ, ਉਹਨਾਂ ਦੇ ਉੱਤੇ ਪੂਰਾ ਪਹਿਰਾ ਦੇਣਗੇ। ਤੇ ਖਾਸ ਤੌਰ 'ਤੇ ਜੋ ਧਾਰਮਿਕ ਅਗਵਾਈ ਹੈ, ਜੋ ਸ਼੍ਰੋਮਣੀ ਅਕਾਲੀ ਦਲ ਪ੍ਰੋਪਰਲੀ ਨਹੀਂ ਕਰ ਸਕਿਆ, SGPC ਹੈ, ਉਹਦੇ 'ਚ ਬਹੁਤ ਨਿਘਾਰ ਆ ਗਿਆ। ਜੋ ਸਾਡੇ ਤਖਤ ਸਾਹਿਬਾਨ ਹੈ, ਉਹਨਾਂ ਦਾ ਜੋ ਕੰਮਕਾਰ ਹੈ, ਉਹਨਾਂ ਦੇ ਵਿੱਚ ਬਹੁਤ ਵੱਡਾ ਦਖਲ ਕੀਤਾ ਇਹਨਾਂ ਨੇ, ਸਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ। ਤੇ ਹੋਰ ਜੋ SGPC ਦੇ ਵਿੱਚ ਗਿਰਾਵਟ ਆਈ ਹੈ, ਇਹਨਾਂ ਚੀਜ਼ਾਂ ਦੇ ਉੱਤੇ ਖਾਸ ਤੌਰ 'ਤੇ ਜੋ ਢੀਂਡਸਾ ਸਾਹਿਬ ਦੀ ਤਵੱਜੋ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦਾ ਜੋ ਕੰਮਕਾਰ ਹੈ ਉਹਨੂੰ ਸਹੀ ਕਰਨਾ ਹੈ, ਉਹਦੀ ਲੀਡਰਸ਼ਿਪ ਸਹੀ ਹੱਥਾਂ 'ਚ ਹੋਵੇ। ਤੇ ਇਸੇ ਕਰਕੇ ਉਹ ਚਾਹੁੰਦੇ ਆ ਕਿ ਵੀ ਸ਼੍ਰੋਮਣੀ ਕਮੇਟੀ ਦੇ ਜੋ ਕੰਮਕਾਰ ਹੈ ਉਹ ਤੇ ਉਹਦੀ ਮੈਨੇਜਮੈਂਟ ਹੈ ਜੋ ਗੁਰਦੁਆਰੇ ਦੀ, ਉਹਦੇ 'ਚ ਵੀ ਸੁਧਾਰ ਹੋਵੇ। ਇਹ ਚੀਜ਼ਾਂ ਸਾਨੂੰ ਬਹੁਤ ਅੱਛੀਆਂ ਲੱਗੀਆਂ, ਤਾਂ ਅਸੀਂ ਢੀਂਡਸਾ ਸਾਹਿਬ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟ ਜੁਆਇਨ ਕਰਾਤਾ। ਸੰਧੂ ਸਾਹਿਬ, ਤੁਸੀਂ ਕਿਹਾ ਕਿ ਬਣਦਾ ਮਾਨ ਸਨਮਾਨ ਨਹੀਂ ਸੀ ਪਾਰਟੀ ਦੇ ਵਿੱਚ ਮਿਲ ਰਿਹਾ, ਇਸ ਕਰਕੇ ਤੁਸੀਂ ਕੁਇਟ ਕਰ ਗਏ। ਨਹੀਂ, ਮਾਨ ਸਨਮਾਨ ਦੀ ਗੱਲ ਨਹੀਂ ਹੈ। ਗੱਲ ਅਸਲ 'ਚ ਇਹ ਵੀ ਜੋ ਪੰਥਕ ਮੁੱਦਿਆਂ ਦੇ ਉੱਤੇ ਇਹ ਖੜੇ ਨਹੀਂ ਹੈ। ਤੇ ਹੁਣ ਖਾਸ ਤੌਰ 'ਤੇ ਜੋ ਕਿਸਾਨਾਂ ਦੇ ਬਾਰੇ ਪਹਿਲਾਂ ਆਰਡੀਨੈਂਸ ਪਾਸ ਹੋਏ, ਤਾਂ ਬੀਬੀ ਹਰਸਿਮਰਤ ਕੌਰ ਬਾਦਲ ਉਹ ਕੈਬਨਿਟ ਦਾ ਹਿੱਸਾ ਸੀ, ਉਹਨੇ ਆਪ ਉਹ ਆਰਡੀਨੈਂਸ ਪਾਸ ਕਰਾਏ। ਉਦੋਂ ਕੋਈ ਉਹਨੇ ਵਿਰੋਧ ਨਹੀਂ ਜਾਰੀ ਕੀਤਾ। ਜਦੋਂ ਉਹ ਲੋਕ ਸਭਾ ਦੇ ਵਿੱਚ ਬਿੱਲ ਪੇਸ਼ ਹੋਏ, ਪਾਸ ਹੋਣ ਤੱਕ ਵੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਉਹਨਾਂ ਦਾ ਸਾਥ ਦਿੱਤਾ। ਬਾਦਲ ਸਾਹਿਬ ਨੇ ਆਪ ਇੰਟਰਵਿਊਜ਼ ਦੇ ਕੇ ਇਹਨਾਂ ਦੇ ਜੋ ਕਿਸਾਨ ਵਿਰੋਧੀ ਜੋ ਬਿੱਲ ਸੀ ਉਹਨਾਂ ਦਾ ਸਮਰਥਨ ਕੀਤਾ। ਤੇ ਲਾਸਟ ਮੂਮੈਂਟ 'ਤੇ ਜਾ ਕੇ ਰਿਜ਼ਾਈਨ ਕੀਤਾ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਸਤੇ ਵੀ ਅਸੀਂ ਇਹਨਾਂ ਬਿੱਲਾਂ ਦੇ ਨਾਲ ਸਹਿਮਤ ਨਹੀਂ। ਫਿਰ ਜਦੋਂ ਕਿਸਾਨ ਐਜੀਟੇਸ਼ਨ ਕਰਨ ਲੱਗੇ, ਸੜਕਾਂ ਦੇ ਉੱਤੇ ਆ ਗਏ, ਤੇ ਇਹਨੇ ਸਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੇ ਕਿਸਾਨਾਂ ਦੀ ਐਜੀਟੇਸ਼ਨ ਨੂੰ ਤਾਰ-ਪੀੜੋ ਕਰਨ ਵਾਸਤੇ ਆਪਣਾ ਪੈਰਲਲ ਪ੍ਰੋਗਰਾਮ ਦਿੱਤਾ, ਰੋਡ ਸ਼ੋਅ ਦਾ ਦਿੱਤਾ, ਧਰਨਾ ਦਿੱਤਾ, ਤਾਂ ਕਿ ਉਹ ਜੋ ਉਹਨਾਂ ਦਾ ਸੰਘਰਸ਼ ਹੈ ਮਤਲਬ ਉਹਦੇ 'ਚ ਵਿਘਨ ਪਾਇਆ ਜਾ ਸਕੇ, ਕਮਜ਼ੋਰ ਕੀਤਾ ਜਾ ਸਕੇ। ਅਕਾਲੀ ਦਲ ਨੂੰ ਇਹਦੇ ਨਾਲ ਕੀ ਮਿਲਣਾ ਸੀ ਕਿ ਵੀ ਸੰਘਰਸ਼ ਤਾਰ ਪਿੱਡੋ ਕਰਨ ਉਹ? ਇਹਨਾਂ ਦੇ ਪਿੱਛੇ ਇਹਨਾਂ ਦੀ ਵੋਟਾਂ ਦੀ ਰਾਜਨੀਤੀ ਹੈ। ਇਹ ਚਾਹੁੰਦੇ ਕਿ ਜਿਵੇਂ ਇਹਨਾਂ ਦਾ ਵਕਾਰ ਬਹੁਤ ਜ਼ਿਆਦਾ ਗਿਰ ਚੁੱਕਿਆ, ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਵੀ ਸਿਰਫ 15 ਸੀਟਾਂ ਅਕਾਲੀ ਦਲ ਨੂੰ ਆਈਆਂ। ਐਡੀ ਮਾੜੀ ਕਾਰਜਕਾਰੀ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਦੇ ਆਪਣਾ ਦੇਸ਼ ਆਜ਼ਾਦ ਹੋਇਆ ਇੰਨੀ ਮਾੜੀ ਕਾਰਜਕਾਰੀ ਕਦੇ ਨਹੀਂ ਰਹੀ। ਤੇ ਸਿਰਫ ਇਹੀ ਸੀ ਕਿ ਪਾਰਟੀ ਨੂੰ ਮਿਸਮੈਨੇਜ ਕੀਤਾ ਇਹਨਾਂ ਨੇ, ਜਿਹਦੇ ਕਰਕੇ ਪੰਜਾਬ ਦੀ ਜਨਤਾ ਇਹਨਾਂ ਤੋਂ ਦੁਖੀ ਸੀ, ਉਹਨਾਂ ਨੇ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ। ਸੰਧੂ ਸਾਹਿਬ, ਤੁਸੀਂ 2012 ਦੀ ਇਲੈਕਸ਼ਨ ਲੜੀ ਸੀ ਸਨੌਰ ਤੋਂ, ਅਕਾਲੀ ਦਲ ਨੇ ਤੁਹਾਨੂੰ ਟਿਕਟ ਵੀ ਦਿੱਤੀ ਸੀ, ਬੜੇ ਥੋੜ੍ਹੇ ਮਾਰਜਨ, ਬੜੀ ਥੋੜ੍ਹੀ ਵੋਟਾਂ ਦਾ ਫਰਕ ਰਹਿ ਗਿਆ ਉਦੋਂ। ਫਿਰ ਤੁਸੀਂ 2012 ਤੋਂ ਬਾਅਦ 2017 ਦੇ ਵਿੱਚ ਹਲਕਾ ਘਨੌਰ ਤੋਂ ਆਜ਼ਾਦ ਚੋਣ ਲੜੀ, ਜਦੋਂ ਕਿ ਬਣਦਾ ਤੁਹਾਡਾ ਇਹ ਸੀ ਕਿ ਸਨੌਰ ਤੋਂ ਤੁਸੀਂ ਚੋਣ ਲੜਦੇ। ਅਸਲ 'ਚ ਮੈਨੂੰ ਜੋ ਇਲੈਕਸ਼ਨ ਹੈ ਉਹਦੇ 'ਚ ਮੈਂ ਥੋੜ੍ਹੇ ਜਿਹੇ ਮਾਰਜਨ 'ਤੇ ਰਹਿ ਗਿਆ। 4000 ਸੀ ਸ਼ਾਇਦ, 3500 ਵੋਟਾਂ 'ਤੇ ਮੈਂ ਰਹਿ ਗਿਆ। ਇਹਨਾਂ ਨੇ ਮੈਨੂੰ ਹਲਕਾ ਇੰਚਾਰਜ ਵੀ ਬਣਾਇਆ, ਤਾਂ ਪਰ ਮੈਨੂੰ ਪ੍ਰੋਪਰਲੀ ਉੱਥੇ ਕੰਮ ਨਹੀਂ ਕਰਨ ਦਿੱਤਾ, ਤੇ ਇੰਨਾ ਜ਼ਿਆਦਾ ਇੰਟਰਫੇਰੈਂਸ ਸੀਗਾ ਉਹਦੇ 'ਚ। ਤੇ ਉਸ ਤੋਂ ਬਾਅਦ ਆਪਣੇ ਆਪ ਹੀ ਮੈਨੂੰ ਹਲਕਾ ਇੰਚਾਰਜ ਤੋਂ ਹਟਾਇਆ, ਤੇ ਫਿਰ ਇਹਨਾਂ ਨੇ ਕਿਹਾ ਵੀ ਤੁਸੀਂ ਘਨੌਰ ਕੰਮ ਕਰ ਲਓ, ਤੁਹਾਡੀ ਪੁਰਾਣੀ ਸੀਟ ਹੈ, ਵੀ ਅਸੀਂ ਇੱਥੋਂ ਉਦੋਂ ਨਾ ਕਿ ਤੁਹਾਨੂੰ ਟਿਕਟ ਦੇਵਾਂਗੇ। ਤੇ ਅਖੀਰਲੇ ਦਿਨ ਇਹ ਕਿਹਦਾ ਕਹਿਣਾ ਸੀ ਕਿ ਤੁਸੀਂ ਘਨੌਰ ਕੰਮ ਕਰ ਲਓ, ਤੁਹਾਨੂੰ ਟਿਕਟ ਦੇਵਾਂਗੇ? ਸੁਖਬੀਰ ਸਿੰਘ ਬਾਦਲ ਜੀ। ਸੁਖਬੀਰ ਸਿੰਘ ਬਾਦਲ ਦਾ। ਤੇ ਅਖੀਰਲੇ ਦਿਨ ਮਖਮੇਲਪੁਰ ਪਰਿਵਾਰ ਨੂੰ ਪਿੱਛੇ ਕਰਕੇ ਤੁਹਾਨੂੰ ਟਿਕਟ ਦੇਵਾਂਗੇ। ਹਾਂ, ਇਹ ਅਲੱਗ-ਅਲੱਗ ਸਮੇਂ ਤੇ ਸਰਵੇ ਕਰਵਾਉਂਦੇ ਸੀਗੇ, ਤੇ ਉਹ ਇਹ ਵੀ ਕਹਿੰਦੇ ਸੀ ਵੀ ਸਰਵੇ ਜਿਹੜੇ ਉਹਨਾਂ ਦੇ ਹੱਕ 'ਚ ਨਹੀਂ, ਬਹੁਤ ਉਲਟ ਹੈ। ਤੇ ਅਖੀਰਲੇ ਦਿਨ ਜਦੋਂ ਇਹਨਾਂ ਨੇ ਟਿਕਟਾਂ ਦੀ ਲਿਸਟ ਅਨਾਉਂਸ ਕਰਨੀ ਸੀ, ਉਦੋਂ ਉਹਨਾਂ ਨੂੰ ਫਿਰ ਜਵਾਬ ਦਿੱਤਾ ਜੀ। ਤੇ ਫਿਰ ਜੋ ਸਾਡੇ ਨਾਲ ਸਾਰੇ ਸਪੋਰਟਰ ਚੱਲੇ ਹੋਏ ਸੀਗੇ, ਤੇ ਸਾਡੀ ਮਜਬੂਰੀ ਬਣ ਗਈ ਫਿਰ ਉਹ ਇਲੈਕਸ਼ਨ ਲੜਨ। ਕੋਈ ਇੱਦਾਂ ਗੱਲਬਾਤ ਵੀ ਹੋਈ ਫਿਰ ਦੁਬਾਰੇ ਸੁਖਬੀਰ ਸਿੰਘ ਬਾਦਲ ਨਾਲ ਕਿ ਤੁਸੀਂ ਪਹਿਲਾਂ ਕਿਹਾ ਸੀ ਤੁਸੀਂ ਤਿਆਰੀ ਕਰ ਲਓ ਤੇ ਮੌਕੇ ਤੇ ਟਿਕਟ ਨਾ ਦੇਣੀ? ਹਾਂ, ਕੀਤੀ ਸੀਗੀ, ਪਰ ਉਹ ਪੱਲਾ ਝਾੜ ਗਏ। ਉਹ ਕੀ ਕਹਿਣਾ ਸੀ ਉਹਨਾਂ ਦਾ? ਬਸ ਉਹ ਪੱਲਾ ਝਾੜ ਗਈ, ਸਾਡੀ ਮਜਬੂਰੀ ਹੈਗੀ ਹੈ, ਤੇ ਇਸ ਕਰਕੇ ਨਾ ਕੀ ਹੈ, ਅਸੀਂ ਤੁਹਾਨੂੰ ਟਿਕਟ ਨਹੀਂ ਦੇ ਸਕਦੇ। ਹੁਣ ਤੁਸੀਂ ਢੀਂਡਸਾ ਸਾਹਿਬ ਨਾਲ ਚੱਲ ਰਹੇ ਹੋ
ਤੇ ਐਸਜੀਪੀਸੀ ਇਲੈਕਸ਼ਨ ਵੀ ਢੀਂਡਸਾ ਸਾਹਿਬ ਕਹਿ ਚੁੱਕੇ ਨੇ ਅਸੀਂ ਲੜਾਂਗੇ, ਤਾਂ ਫਿਰ ਇਹਦੀ ਕੀ ਰੂਪਰੇਖਾ ਰਹੇਗੀ? ਨਹੀਂ, ਇਹਦੇ ਤਾਂ ਦੇਖੋ ਬੜਾ ਟਰਾਂਸਪੇਰੈਂਟ ਸਿਸਟਮ ਹੈ। ਢੀਂਡਸਾ ਸਾਹਿਬ ਨੇ ਕਹਿ ਦਿੱਤਾ ਕਿ ਜਿਹੜੇ ਵੀ ਪੋਲੀਟੀਕਲ ਸੱਜਣ ਹੈ, ਜਿਨ੍ਹਾਂ ਨੇ ਪੋਲੀਟੀਕਲ ਅਹੁਦੇ ਲੈਣੇ ਆ ਜਾਂ ਵਿਧਾਨ ਸਭਾ ਇਲੈਕਸ਼ਨ ਲੜਨੀ ਹੈ, ਉਹ ਐਸਜੀਪੀਸੀ ਦੀ ਇਲੈਕਸ਼ਨ ਨਹੀਂ ਲੜਨਗੇ, ਤੇ ਐਸਜੀਪੀਸੀ ਇਲੈਕਸ਼ਨ ਉਹੀ ਲੜਨਗੇ ਜੋ ਧਾਰਮਿਕ ਰੁਚੀ ਵਾਲੇ ਸੱਜਣ ਹੈ। ਤੁਸੀਂ ਅਕਾਲੀ ਦਲ ਨਾਲ ਬੜਾ ਲੰਮਾ ਸਮਾਂ ਚੱਲੇ ਹੋ, ਤੁਸੀਂ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਿਚਾਲੇ ਫਰਕ ਕੀ ਦੇਖਦੇ ਹੋ? ਉਹ ਬਹੁਤ ਧੀਮੇ ਹੈ, ਮਤਲਬ ਡੂੰਘੇ ਹੈਗੇ ਹੈ, ਤੇ ਸਮੇਂ ਦੀ ਨਬਜ਼ ਨੂੰ ਪਛਾਣਦੇ ਆ। ਪਰ ਹੁਣ ਸਮੇਂ ਦੇ ਨਾਲ ਸੁਖਬੀਰ ਸਿੰਘ ਜੀ ਬਾਦਲ ਹਾਵੀ ਹੋ ਗਏ ਤੇ ਬਾਦਲ ਸਾਹਿਬ ਨੇ ਆਪਣੇ ਨੂੰ ਪਿੱਛੇ ਕਰ ਲਿਆ, ਤੇ ਹੁਣ ਸਾਰੇ ਫੈਸਲੇ ਸੁਖਬੀਰ ਸਿੰਘ ਜੀ ਬਾਦਲ ਲੈਣ ਲੱਗ ਗਏ, ਤੇ ਉਹ ਅਕਾਲੀ ਦਲ ਨੂੰ ਇੱਕ ਕਾਰਪੋਰੇਟ ਹਾਊਸ ਦੇ ਤੌਰ ਦੇ ਉੱਤੇ ਚਲਾ ਰਹੇ ਹੈ। ਸੰਧੂ ਸਾਹਿਬ, ਜੋ ਇਹ ਕੇਂਦਰ ਸਰਕਾਰ ਨੇ 3 ਕਾਨੂੰਨ ਲੈ ਕੇ ਆਉਂਦੇ ਨੇ ਖੇਤੀ ਨਾਲ ਸੰਬੰਧਿਤ, ਜਿਹਨੂੰ ਲੈ ਕੇ ਪੰਜਾਬ ਦੇ ਵਿੱਚ ਬੜੇ ਸੰਘਰਸ਼ ਹੋ ਰਹੇ ਨੇ, ਸਰਕਾਰਾਂ ਵੀ ਕਿਸਾਨਾਂ ਦੇ ਹੱਕ ਵਿੱਚ ਖੜਨ ਦੇ ਦਾਅਵੇ ਕਰਦੀਆਂ ਨੇ, ਕੈਪਟਨ ਅਮਰਿੰਦਰ ਸਿੰਘ ਨੇ ਵੀ ਸੈਸ਼ਨ ਸੱਦ ਕੇ ਉਹ ਭੰਗ ਕਰਤੇ ਨੇ, ਬਿੱਲ ਆਪਣਾ ਮਤਾ ਲੈ ਜਾਂਦੇ, ਇਹਨੂੰ ਸਾਰੇ ਵਰਤਾਰੇ ਨੂੰ, ਕਿਸਾਨਾਂ ਦੇ ਸੰਘਰਸ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਹਰਸਿਮਰਤ ਕੌਰ ਬਾਦਲ ਨੇ ਵੀ ਅਸਤੀਫਾ ਦਿੱਤਾ, ਤੇ ਸਭ ਤੋਂ ਵੱਡਾ ਜੋ ਇਹਦੇ ਵਿੱਚ ਰੋਲ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਐਨਡੀਏ ਨਾਲੋਂ ਵੱਖ ਹੋ ਗਿਆ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਨਹੀਂ, ਮੈਂ ਤਾਂ ਇਹੀ ਦੇਖਦਾ ਕਿ ਸਿਰਫ ਆਪਣੇ ਪਰਸਨਲ ਵਕਾਰ ਨੂੰ ਬਹਾਲ ਕਰਨ ਵਾਸਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇਹਨਾਂ ਨੇ ਉੱਥੇ ਮੰਤਰੀ ਬਣਾਇਆ ਹੋਇਆ ਸੀਗਾ, ਬਾਦਲ ਪਰਿਵਾਰ ਨੇ, ਤੇ ਉਹਦਾ ਕੋਈ ਵੀ ਫਾਇਦਾ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਪੰਜਾਬ ਨੂੰ ਇਹਨਾਂ ਦੇ ਮੰਤਰੀ ਬਣਨ ਦਾ ਕੋਈ ਫਾਇਦਾ ਨਹੀਂ ਹੋਇਆ। ਤੇ ਸਗੋਂ ਜਿਹੜੇ ਬੀਜੇਪੀ ਵਾਲੇ ਕੋਈ ਨਾ ਕੋਈ ਸਟੇਟਸ ਦੇ ਵਿਰੁੱਧ ਜਿਹੜੇ ਕੋਈ ਕੰਮ ਕਰਦੇ ਸੀ, ਉਹਦਾ ਇਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ। ਜਿਵੇਂ JNK ਦੇ ਵਿੱਚ ਜਦੋਂ 370 ਧਾਰਾ ਹਟਾਈ ਹੈ, ਉਹਦਾ ਵਿਰੋਧ ਨਹੀਂ ਕੀਤਾ, ਜਦੋਂ ਕਿ ਖੁਦ ਸ਼੍ਰੋਮਣੀ ਅਕਾਲੀ ਦਲ ਤਾਂ ਖੁਦ ਪੰਜਾਬ ਦੀ ਖੁਦ ਮੁਖਤਿਆਰੀ ਦੀ ਗੱਲ ਕਰਦਾ, ਆਨੰਦਪੁਰ ਦੇ ਮਤੇ ਦੀ ਗੱਲ ਕਰਦਾ। ਬਿਲਕੁਲ, ਤੇ ਇਹਨਾਂ ਨੇ ਉਹਦੀ ਹਮਾਇਤ ਕੀਤੀ। ਇਹ ਉਦੋਂ ਕੈਬਨਿਟ ਦੇ ਵਿੱਚ ਸੀਗੇ। ਫਿਰ ਜਦੋਂ ਹੁਣ ਭਾਸ਼ਾ ਦਾ ਮੁੱਦਾ ਸੀ ਜੰਮੂ ਐਂਡ ਕਸ਼ਮੀਰ ਦੇ ਵਿੱਚ, ਸਰਕਾਰੀ ਬੋਲੀ ਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕਰਤਾ, ਉਦੋਂ ਵੀ ਇਹ ਬੀਜੇਪੀ ਦੇ ਨਾਲ ਗਵਰਨਮੈਂਟ ਦੇ ਵਿੱਚ ਸੀਗੇ। ਤੇ ਜਦੋਂ ਆਹ ਸਾਰਾ ਆਰਡੀਨੈਂਸ ਕਿਸਾਨਾਂ ਦੇ ਬਾਰੇ ਆਰਡੀਨੈਂਸ ਪਾਸ ਹੋਏ, ਉਦੋਂ ਵੀ ਉਹਦਾ ਮੁੱਦਾ ਸੀ। ਤੇ ਇਸ ਕਰਕੇ ਇਹਨਾਂ ਨੇ ਕਦੇ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਹੈ। ਤੇ ਹੁਣ ਜਿਹੜੀ ਕੈਪਟਨ ਸਰਕਾਰ ਅੱਜ ਵਿਧਾਨ ਸਭਾ ਦੇ ਵਿੱਚ 3 ਬਿੱਲ ਪੇਸ਼ ਕਰਨ ਜਾ ਰਹੀ ਹੈ, ਤੇ ਉਹਦੇ 'ਚ ਜੋ ਮੇਨ ਹਜੇ ਕਿਉਂਕਿ ਬਿੱਲ ਪੇਸ਼ ਹੋਈ ਹੈ, ਤੇ ਇੰਨਾ ਹੀ ਪਤਾ ਲੱਗਿਆ ਕਿ ਵੀ ਇਹ ਉਹਦੇ ਵਿੱਚ ਇੱਕ ਮੱਦ ਪਾ ਰਹੇ ਹੈ ਕਿ ਵੀ ਜਿਹੜਾ ਵੀ ਵਪਾਰੀ MSP ਤੋਂ ਘੱਟ ਖਰੀਦੂਗਾ ਉਹਨੂੰ ਸਜ਼ਾ ਹੋਏਗੀ। ਤੇ ਮੈਂ ਉਹਦੇ ਬਾਰੇ ਇਹੀ ਕਹਿਣਾ ਚਾਹੁੰਦਾ ਕਿ ਜੋ ਕਿਸਾਨਾਂ ਦਾ ਐਜੀਟੇਸ਼ਨ ਚੱਲ ਰਿਹਾ ਹੈ, ਕਿ ਪਹਿਲਾਂ ਤਾਂ ਇਹ ਬਿੱਲ ਜੋ ਕੇਂਦਰ ਸਰਕਾਰ ਨੇ ਬਣਾਏ ਹੋਏ ਬਿੱਲ, ਇਹ ਰੱਦ ਹੋਣੇ ਚਾਹੀਦੇ ਹੈ। ਤੇ ਪਰ ਨਾਲ ਉਹਦੇ 'ਚ ਜਿਹੜੀ ਗੱਲ ਹੈ ਕਿ ਵੀ ਜੋ ਸੈਂਟਰਲ ਗਵਰਨਮੈਂਟ ਨੇ ਜੇ ਇਹ ਐਕਟ ਬਣਾਉਣੇ ਸੀ, ਪਹਿਲੇ ਐਕਟ ਸਫੀਸ਼ੀਐਂਟ ਸੀ, ਜਿਹਨਾਂ ਨੇ ਐਕਟ ਬਣਾਉਣੇ ਸੀ, ਤਾਂ ਉਹਦੇ 'ਚ 2 ਮੁੱਦੇ ਬਹੁਤ ਜ਼ਰੂਰੀ ਸੀ। ਇੱਕ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ, ਵੀ ਉਹਦੇ 'ਚ ਪਾਉਣਾ ਚਾਹੀਦਾ ਸੀ ਵੀ ਜਿਹੜਾ ਵੀ ਕੋਈ ਵਪਾਰੀ ਹੈ ਉਹ ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਨਹੀਂ ਖਰੀਦ ਸਕਦਾ, ਤੇ ਨਾਲ ਉਹਦੇ ਕਾਨੂੰਨ ਦੇ ਵਿੱਚ ਪਾਉਣਾ ਚਾਹੀਦਾ ਵੀ ਹਰੇਕ ਫਸਲ ਦਾ ਮਿਨੀਮਮ ਸਪੋਰਟ ਪ੍ਰਾਈਸ ਸੈਂਟਰਲ ਗਵਰਨਮੈਂਟ ਡਿਕਲੇਅਰ ਕਰੇਗੀ। ਤੇ ਦੂਸਰਾ ਕਿ ਵੀ ਜੋ FCI ਦੀ ਪਰਚੇਜ਼ ਹੈ, ਜੋ ਗਵਰਨਮੈਂਟ ਪਰਚੇਜ਼ ਹੈ, ਜਿਹੜੀਆਂ ਫਸਲਾਂ ਦਾ MSP ਡਿਕਲੇਅਰ ਕਰਦੀ ਹੈ ਗਵਰਨਮੈਂਟ, ਉਹਨਾਂ ਦੀ ਪਰਚੇਜ਼ ਹੈ ਉਹ ਗਵਰਨਮੈਂਟ ਦੀ ਏਜੰਸੀਆਂ ਕਰਨਗੀਆਂ। ਵੀ 2 ਚੀਜ਼ਾਂ, MSP ਤੇ ਗਵਰਨਮੈਂਟ ਦੀ ਪਰਚੇਜ਼, ਇਹ ਦੋਨੋਂ ਮੱਦ ਐਕਟ ਦੇ ਵਿੱਚ ਪੈਣੇ ਚਾਹੀਦੇ ਸੀ। ਤੇ ਮੇਰਾ ਖਿਆਲ ਜੇ ਇਹ ਦੋਨੋਂ ਅੰਡਰ ਕਨਸਟੀਟਿਊਸ਼ਨ ਹੋਣੇ, ਹਾਂ, ਉਹਦੇ 'ਚ ਜੋ ਐਕਟ ਬਣੇ ਆ ਉਹਦੇ 'ਚ ਅਮੈਂਡਮੈਂਟ ਹੋ ਗਏ, ਜੇ ਦੋਨੋਂ ਚੀਜ਼ਾਂ ਮੱਦ ਉਹਦੇ ਵਿੱਚ ਆ ਜਾਂਦੇ ਆ, ਤਾਂ ਮੇਰਾ ਖਿਆਲ ਕਿਸਾਨਾਂ ਦਾ ਹਿੱਤ ਮਤਲਬ ਕਾਫੀ ਤੌਰ ਦੇ ਉੱਤੇ ਹਿੱਤ ਦੀ ਗੱਲ ਹੋਊਗੀ। ਪਰ ਜਿਹੜੀ ਇਹ 3 ਬਿੱਲ ਪੇਸ਼ ਕਰ ਰਹੇ ਹੈ ਅੱਜ ਵਿਧਾਨ ਸਭਾ 'ਚ, ਉਹ ਕਹਿੰਦੇ ਆ ਕਿ ਵੀ ਮਿਨੀਮਮ ਸਪੋਰਟ ਪ੍ਰਾਈਸ ਦੇ ਵੀ ਨਹੀਂ, ਉਸ ਤੋਂ ਘੱਟ ਨਹੀਂ ਖਰੀਦੇਗਾ, ਵੀ MSP ਤਾਂ ਬਹਾਲ ਰਹੂਗੀ। ਹਾਂ, ਤੇ ਜਿਵੇਂ ਇਹਨਾਂ ਨੇ ਐਕਟ ਪਾਸ ਕਰਤੇ, ਬਾਕੀ ਸੂਬਿਆਂ 'ਚ ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਦੇ ਉੱਤੇ ਕੋਈ ਫਸਲ ਵਿਕ ਰਹੀ ਹੈ, ਤਾਂ ਵਪਾਰੀ ਪੰਜਾਬ ਦੇ ਵਿੱਚ ਫਿਰ ਕਿਉਂ ਪੂਰੇ ਰੇਟ ਤੇ ਆ ਕੇ ਖਰੀਦੂਗਾ? ਕਿਉਂਕਿ ਇੱਥੇ ਇਹਨਾਂ ਨੇ ਐਕਟ ਬਣਾਤਾ ਵੀ ਇਸ ਤਰ੍ਹਾਂ ਨੂੰ ਜਿਹੜਾ ਝੋਨਾ ਇਹਨਾਂ ਨੂੰ ਪੰਜਾਬ 'ਚ 2000 ਰੁਪਏ ਨੂੰ ਮਿਲਣਾ, ਉਹ ਬਿਹਾਰ ਦੇ ਵਿੱਚ ਆਉਂਦਾ ਸਾਨੂੰ ਮਿਲ ਜੂਗਾ। ਹਾਂ, ਵੀ ਜਿਹੜੇ ਨੇ ਕਹਿੰਦਾ ਵੀ ਅਸੀਂ ਸਜ਼ਾ ਦੇਵਾਂਗੇ, ਤੇ ਇਹ ਜਿਹੜੀ ਪ੍ਰੋਵੀਜ਼ਨ ਰੱਖਤੀ ਇਹਦੇ ਵਿੱਚ ਤਾਂ ਇਹ ਹੈ ਵੀ ਕੋਈ ਵੀ ਵਪਾਰੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਝੋਨਾ ਜਾਂ ਜੋ ਵੀ ਫਸਲਾਂ ਖਰੀਦਣ ਵਾਸਤੇ ਨਹੀਂ ਆਏਗਾ। ਸਗੋਂ ਮਤਲਬ ਜੋ ਪੰਜਾਬ ਗਵਰਨਮੈਂਟ ਨੂੰ ਸੈਂਟਰ ਦੇ ਉੱਤੇ ਇਹ ਦਬਾਅ ਪਾਉਣਾ ਚਾਹੀਦਾ ਸੀ ਕਿ ਇਹ ਜਿਹੜੀਆਂ ਦੋਨੋਂ ਮੁੱਦੇ ਆ, MSP ਵਾਲਾ ਤੇ ਗਵਰਨਮੈਂਟ ਪਰਚੇਜ਼ ਵਾਲਾ, ਵੀ ਇਹ ਐਕਟ ਪਾਉਣ। ਤੇ ਪੰਜਾਬ ਗਵਰਨਮੈਂਟ ਦੇ ਕੋਲ ਇੰਨੇ ਰਿਸੋਰਸਿਸ ਨਹੀਂ
ਕਿ ਉਹ ਆਪ ਬਿੱਲ ਦੇ ਵਿੱਚ ਲਿਖਣ ਕਿ ਵੀ ਜੇ MSP ਤੋਂ ਘੱਟ ਕੋਈ ਖਰੀਦੇਗਾ ਤਾਂ ਅਸੀਂ ਖਰੀਦ ਲਾਂਗੇ, ਕਿਉਂਕਿ ਇਹਨਾਂ ਕੋਲ ਰਿਸੋਰਸਿਸ ਨਹੀਂ। ਪੈਸਾ ਤਾਂ ਸੈਂਟਰ ਨੇ ਹਾਂ, ਦੇਣਾ, ਨਾ ਰਿਸੋਰਸਿਸ ਹੈ, ਨਾ ਅੱਗੇ ਇਹ ਕਿਤੇ ਵੇਚ ਸਕਦੇ ਆ। ਵੇਚ ਸਕਦੇ ਆ, ਬਿਲਕੁਲ। ਤੇ ਇਸ ਕਰਕੇ ਮੇਨ ਤਾਂ ਇਹੀ ਹੈ ਕਿ ਵੀ ਸੈਂਟਰ ਗਵਰਨਮੈਂਟ ਤੇ ਦਬਾਅ ਬਣਾਇਆ ਜਾਵੇ, ਜਿਵੇਂ ਸਾਰੀ ਕਿਸਾਨ ਜਥੇਬੰਦੀਆਂ ਐਜੀਟੇਸ਼ਨ ਕਰ ਰਹੀਆਂ, ਇੱਕ ਮੁੱਠ ਹੋ ਕੇ ਕਰ ਰਹੀਆਂ, ਤੇ ਸਾਡੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟ ਦੇ ਪ੍ਰਧਾਨ ਸਾਹਿਬ ਸੁਖਦੇਵ ਸਿੰਘ ਜੀ ਢੀਂਡਸਾ ਤੇ ਹੋਰ ਸਾਡੇ ਸਾਰੇ ਲੀਡਰਾਂ ਨੇ ਕਿਸਾਨਾਂ ਨੂੰ ਪੂਰੀ ਸਪੋਰਟ ਡਿਕਲੇਅਰ ਕੀਤੀ ਹੈ ਕਿ ਵੀ ਹਰੇਕ ਤਰ੍ਹਾਂ ਅਸੀਂ ਕਿਸਾਨਾਂ ਦੇ ਨਾਲ ਆ, ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਪਹਿਰਾ ਦੇਵਾਂਗੇ, ਜੋ ਵੀ ਉਹਨਾਂ ਨੇ ਮੰਗਾ ਹੈ। ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸੈਂਟਰ ਗਵਰਨਮੈਂਟ ਤੇ ਕਿਸੇ ਨਾ ਕਿਸੇ ਤਰ੍ਹਾਂ ਦਬਾਅ, ਗੱਲਬਾਤ ਰਾਹੀਂ, ਐਜੀਟੇਸ਼ਨ ਰਾਹੀਂ ਦਬਾਅ ਬਣਾਉਣਾ ਚਾਹੀਦਾ ਹੈ ਕਿ ਵੀ ਇਹ ਦੋਨੋਂ ਮੁੱਦੇ ਜਿਹੜੇ ਐਕਟ ਦਾ ਹਿੱਸਾ ਹੋਣ, ਤਾਂ ਕਿ ਹੁਣ ਤਾਂ ਉਹਨਾਂ ਨੇ MSP ਵੀ ਸੈਂਟਰ ਨੇ ਡਿਕਲੇਅਰ ਕਰਤਾ, ਗਵਰਨਮੈਂਟ ਪਰਚੇਜ਼ ਵੀ ਹੋ ਰਹੀ ਹੈ, ਪਰ ਹੌਲੀ ਹੌਲੀ ਜਿਵੇਂ ਹੁਣ ਬਿਹਾਰ ਤੋਂ ਜੀਰੀ ਆ ਰਹੀ ਹੈ, UP ਤੋਂ ਜੀਰੀ ਆ ਰਹੀ ਹੈ, ਤੇ ਵੀ ਉੱਥੇ ਕਿਉਂਕਿ ਘੱਟ ਰੇਟ 'ਚ ਵਿਕ ਰਹੀ ਹੈ, ਤੇ ਫਿਰ ਪੰਜਾਬ ਦੀ ਜੀਰੀ ਦੇ ਫਸਲਾਂ ਦਾ ਬੁਰਾ ਹਾਲ। ਸੰਧੂ ਸਾਹਿਬ, ਜੋ ਇਹ ਤੁਸੀਂ ਗੱਲ ਕੀਤੀ ਬਿਹਾਰ ਤੋਂ ਜੀਰੀ ਆ ਰਹੀ, ਦੂਜੀ ਸਟੇਟਾਂ ਤੋਂ ਝੋਨਾ ਪੰਜਾਬ ਦੇ ਵਿੱਚ ਆ ਕੇ ਵੇਚਿਆ ਜਾ ਰਿਹਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਟਰੱਕਾਂ ਦੇ ਟਰੱਕ ਫੜੇ ਜਾ ਰਹੇ ਨੇ ਇਹਨਾਂ ਫਸਲਾਂ ਦੇ, ਇਹਨਾਂ ਝੋਨਿਆਂ ਦੇ, ਇਹਨਾਂ ਜੀਰੀਆਂ ਦੇ, ਕਿਉਂਕਿ ਉੱਥੇ ਕੋਈ ਰੈਗੂਲੇਟਡ ਮਾਰਕੀਟ ਨਹੀਂ ਸੀਗੀ। ਪੰਜਾਬ ਦੀ ਤਾਂ ਗਵਰਨਮੈਂਟ ਪਰਚੇਜ਼ ਹੈ, MSP ਹੈ, ਹਰਿਆਣੇ ਦੇ ਵਿੱਚ ਹੈਗੀ ਹੈ, ਪਰ ਜਿਹੜਾ UP ਦਾ ਕੁਛ ਪਾਰਟ, ਬਿਹਾਰ ਜਾਂ ਹੋਰ ਦੂਜੇ ਸਾਈਡ ਦੇ ਉੱਤੇ ਕੋਈ ਅਸ਼ੋਰਡ ਮਾਰਕੀਟ ਨਹੀਂ ਹੈ, ਕੋਈ ਪ੍ਰੋਪਰ ਮੰਡੀਆਂ ਨਹੀਂ ਹੈਗੀਆਂ, ਤੇ ਉੱਥੇ ਜੋ ਵਪਾਰੀ ਹੈ ਉਹ ਕਿਸਾਨਾਂ ਨੂੰ ਐਕਸਪਲੋਇਟ ਕਰਦੇ ਆ, ਤੇ ਉਹਨਾਂ ਨੂੰ ਘੱਟ ਰੇਟ ਦੇ ਉੱਤੇ ਝੋਨਾ ਵੇਚਣ ਲਈ ਮਜਬੂਰ ਹੋਣਾ ਪੈਂਦਾ, ਤੇ ਉਹ ਝੋਨਾ ਹੈ ਜਿਹੜਾ ਪੰਜਾਬ ਦੀ ਮੰਡੀਆਂ 'ਚ ਜਾਂ ਹਰਿਆਣੇ ਦੀ ਮੰਡੀਆਂ ਦੇ ਵਿੱਚ ਆ ਰਿਹਾ ਹੈ। ਸੰਧੂ ਸਾਹਿਬ, ਤੁਸੀਂ ਦੇਖੋ ਜਿਹੜੇ 3 ਆਰਡੀਨੈਂਸ ਨੇ ਜੋ ਹੁਣ ਰਾਸ਼ਟਰਪਤੀ ਸਾਈਨਾਂ ਤੋਂ ਬਾਅਦ ਕਾਨੂੰਨ ਬਣ ਗਏ ਨੇ, ਇਹਨਾਂ ਦੇ ਵਿੱਚ ਇੱਕ ਆਰਡੀਨੈਂਸ, ਇੱਕ ਕਾਨੂੰਨ ਹੈ ਕਿ ਕੋਈ ਆਪਣੀ ਫਸਲ ਲੈ ਕੇ ਕਿਤੇ ਜਾ ਕੇ ਵੇਚ ਸਕਦਾ। ਹਰਿਆਣਾ ਨੇ ਕਰਤਾ ਕਿ ਪੰਜਾਬ ਤੇ ਰਾਜਸਥਾਨ ਦਾ ਕਿਸਾਨ ਸਾਡੇ ਇੱਥੇ ਨਾ ਆਵੇ, ਅਸੀਂ ਝੋਨਾ ਨਹੀਂ ਖਰੀਦਣਾ, ਅਸੀਂ ਸੂਬੇ 'ਚ ਵੜਨ ਨਹੀਂ ਦੇਣਾ। ਦੂਜੇ ਪਾਸੇ ਟਰੱਕਾਂ ਦੇ ਟਰੱਕ ਵਿੱਚ ਜੋ ਫੜੇ ਜਾ ਰਹੇ ਨੇ ਪੰਜਾਬ ਦੇ ਵਿੱਚ, ਇਹ ਕਹਿੰਦੇ ਕਿ ਦੂਜੇ ਸੂਬੇ ਦੇ ਇੱਥੇ ਵੇਚਣੀ ਨਹੀਂ ਹੈ। ਇਹਨਾਂ ਦੀ ਆਰਡੀਨੈਂਸ ਉੱਥੇ ਹਵਾ ਨਿਕਲ ਜਾਂਦੀ ਹੈ। ਫਿਰ ਉਹ ਜਿਹੜੇ BJP ਦੀਆਂ ਸਰਕਾਰਾਂ, ਇੱਕ ਪਾਸੇ ਕਹਿੰਦੇ ਵੀ ਸਾਰਾ ਹਿੰਦੁਸਤਾਨ ਇੱਕ ਮੰਡੀ ਹੈ, ਇੱਕ ਪਾਸੇ ਕਹਿੰਦੇ ਆ ਰਾਜਸਥਾਨ ਵਾਲੇ ਵੀ ਸਾਡੇ ਕੋਲ ਬਾਹਰੋਂ ਨਾ ਆ ਕੇ ਕੋਈ ਵੇਚੇ ਫਸਲ, ਹਰਿਆਣੇ ਵਾਲਿਆਂ ਨੇ ਪਾਬੰਦੀ ਲਾਤੀ, ਈਵਨ ਪੰਜਾਬ ਦਾ ਝੋਨਾ ਵੀ ਹਰਿਆਣੇ 'ਚ ਨਹੀਂ ਜਾ ਸਕਦਾ ਹੈਗਾ। ਤੇ ਦੂਜੇ ਪਾਸੇ ਉਹਨਾਂ ਦਾ ਨਾਂ ਕੀ ਹੈ, ਅਲੱਗ-ਅਲੱਗ ਇਹਨਾਂ ਦੇ ਕਾਨੂੰਨ ਹੈਗੇ ਆ। ਤੇ ਮੈਂ ਤਾਂ ਹੀ ਕਹਿੰਦਾ ਕਿ BJP ਕਿਸਾਨਾਂ, ਜੋ ਕਿ ਮੇਨ ਹਿੰਦੁਸਤਾਨ ਦਾ ਜਿਹੜਾ ਮੈਜੋਰਟੀ ਹੈ, 60% ਤੋਂ ਵੱਧ ਪਾਪੂਲੇਸ਼ਨ ਕਿਸਾਨੀ ਦੇ ਉੱਤੇ ਡਿਪੈਂਡ ਕਰਦੀ ਹੈ, ਖੇਤੀ 'ਤੇ ਡਿਪੈਂਡ ਕਰਦੀ ਹੈ, ਤੇ ਇਹ ਸੈਂਟਰ ਗਵਰਨਮੈਂਟ ਨੂੰ ਕਿਸਾਨਾਂ ਦੇ ਡਿਮਾਂਡਸ ਪ੍ਰਤੀ ਗੰਭੀਰ ਹੋਣਾ ਚਾਹੀਦਾ। ਨਹੀਂ ਤਾਂ ਜੋ ਪੰਜਾਬ ਤੇ ਹਰਿਆਣੇ ਦਾ ਐਜੀਟੇਸ਼ਨ ਹੈ, ਇਹ ਸਾਰੇ ਹਿੰਦੁਸਤਾਨ ਦੇ ਵਿੱਚ ਫੈਲੂਗਾ, ਤੇ ਇੱਕ ਬਹੁਤ ਵੱਡੀ ਵੇਵ ਹੈ ਜਿਹੜੀ ਫਿਰ BJP ਦੇ ਅਗੇਂਸਟ ਬਣੂਗੀ। ਤੇ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਸੈਂਟਰ ਸਰਕਾਰ ਨੂੰ ਕਿ ਵੀ ਇਹ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦੇ ਹੋਏ, ਉਹਨਾਂ ਦੀਆਂ ਡਿਮਾਂਡਸ ਨੂੰ ਦੇਖਦੇ ਹੋਏ ਵੀ ਇਹ ਅਮੈਂਡਮੈਂਟ ਕਾਨੂੰਨ ਦੇ ਵਿੱਚ ਕੀਤੀ ਜਾਵੇ, ਤਾਂ ਕਿ ਕੱਲ੍ਹ ਨੂੰ ਇਹ ਫਿਰ ਹਿੰਦੁਸਤਾਨ ਦੇ ਵਿੱਚ ਲਾਅ ਐਂਡ ਆਰਡਰ ਦੀ ਪ੍ਰੋਬਲਮ ਦੇ ਵਿੱਚ ਨਾ ਬਦਲ ਜਾਵੇ। ਸੰਧੂ ਸਾਹਿਬ, ਤੁਸੀਂ ਕਿਹਾ ਕਿ ਇਹ ਅੰਦੋਲਨ ਇਹ ਪੂਰੇ ਪੰਜਾਬ ਦੇ ਵਿੱਚ ਫੈਲੂਗਾ। ਆਲਰੇਡੀ ਇਹ 18 ਸੂਬਿਆਂ ਦੇ ਵਿੱਚ ਤਾਂ ਸ਼ੁਰੂ ਹੋ ਚੁੱਕਿਆ, ਤੇ ਇਸ ਤੋਂ ਇਲਾਵਾ ਵੀ ਜੋ BJP ਦੀ ਕੇਂਦਰ ਸਰਕਾਰ ਹੈ, ਇਹਨੂੰ ਲੈ ਕੇ, ਇਹਨਾਂ ਦੀ ਨੀਤੀਆਂ ਲੈ ਕੇ ਥਾਂ ਥਾਂ ਵਿਰੋਧ ਹੋ ਰਹੇ ਨੇ, ਚਾਹੇ ਤਾਮਿਲਨਾਡੂ ਹੋਵੇ, ਕਰਨਾਟਕ ਹੋਵੇ, ਜੰਮੂ ਕਸ਼ਮੀਰ ਹੋਵੇ, ਪੰਜਾਬ ਹੋ ਗਿਆ। ਪੰਜਾਬ ਦੇ ਵਿੱਚ ਵੀ ਮੁਖਾਲਫਤ ਹੋ ਰਹੀ ਹੈ। ਤੁਸੀਂ FCI ਦੀ ਗੱਲ ਕੀਤੀ ਕਿ FCI ਨੂੰ ਅੰਡਰ ਕੌਨਸਟੀਟਿਊਸ਼ਨ ਕਰ ਦੇਣਾ ਚਾਹੀਦਾ, ਪਰ ਕਿਤੇ ਨਾ ਕਿਤੇ ਕਿਸਾਨ ਤਾਂ ਇਸ ਗੱਲੋਂ ਵੀ ਡਰਦੇ ਨੇ ਕਿ FCI ਭੰਗ ਨਾ ਹੋ ਜਾਵੇ, ਕਿਉਂਕਿ ਸ਼ਾਂਤਾ ਕੁਮਾਰ ਕਮੇਟੀ ਨੇ 2014 ਦੇ ਵਿੱਚ ਰਿਪੋਰਟ ਕੀਤੀ ਸੀ BJP ਸਰਕਾਰ ਨੂੰ ਕਿ ਵੀ FCI ਤਾਂ ਇੱਕ ਬੜਾ ਵੱਡਾ ਚਿੱਟਾ ਹਾਥੀ ਹੈ, ਘੁਟਾਲੇ ਦਾ ਚਿੱਟਾ ਹਾਥੀ ਹੈ, ਤੁਸੀਂ ਇਹਨੂੰ ਭੰਗ ਕਰ ਦਿਓ, ਇਹਦੇ ਕਰਕੇ ਭ੍ਰਿਸ਼ਟਾਚਾਰ ਫੈਲਦਾ। ਜੇਕਰ FCI ਭੰਗ ਹੋਊਗੀ ਤਾਂ ਸਰਕਾਰੀ ਖਰੀਦ ਖਤਮ ਹੋ ਜਾਊਗੀ, ਕਿਸਾਨ ਤਾਂ ਬਰਬਾਦ ਹੋ ਜਾਣਗੇ। ਬਿਲਕੁਲ ਤਾਂ ਹੀ ਮੈਂ ਕਹਿ ਰਿਹਾ ਵੀ ਇਹ ਜੋ ਐਕਟ ਹੈ ਉਹਨਾਂ 'ਚ ਅਮੈਂਡਮੈਂਟ ਕਰਕੇ ਮੱਦ ਪਾਉਣੀ ਚਾਹੀਦੀ ਹੈ ਕਿ ਵੀ ਸਰਕਾਰੀ ਖਰੀਦ ਹੋਏ ਰਹੇਗੀ ਤੇ FCI ਪਰਚੇਜ਼ ਕਰੇਗੀ। ਸੰਧੂ ਸਾਹਿਬ, ਕਿਸਾਨ ਜਥੇਬੰਦੀਆਂ ਨੂੰ ਬੁਲਾਇਆ ਸੀ ਕੇਂਦਰ ਸਰਕਾਰ ਨੇ, ਤੇ ਫਿਰ ਉੱਥੇ ਉਹਨਾਂ ਦਾ ਸੈਕਟਰੀ ਸੀ, ਖੇਤੀ ਸੈਕਟਰੀ ਸੰਜੇ ਅਗਰਵਾਲ, ਤੇ ਕੋਈ ਸਰਕਾਰਾਂ ਦਾ ਕੋਈ ਨੁਮਾਇੰਦਾ ਵੀ ਨਹੀਂ ਉੱਥੇ ਗੱਲ ਕਰਨ ਲਈ ਪਹੁੰਚਿਆ। ਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਸਾਡਾ ਬੜਾ ਵੱਡਾ ਅਪਮਾਨ ਕੀਤਾ ਕਹਿੰਦਾ ਨੇ ਸਰਕਾਰ ਨੇ ਸਾਨੂੰ ਇੱਥੇ BJP ਸਰਕਾਰ ਨੇ ਬੁਲਾ ਕੇ, ਤੇ ਸਾਡੀ ਗੱਲ ਸੁਣਨ ਲਈ ਉੱਥੇ ਤਿਆਰ ਨਹੀਂ ਸੀ ਕੋਈ। ਇਹ ਬਹੁਤ ਉਹਨਾਂ ਨੇ ਮਾੜੀ ਗੱਲ ਕੀਤੀ ਹੈ, ਸਗੋਂ ਇੱਕ ਬਹੁਤ ਹਾਸੋਹੀਣੀ ਸੀ ਇਹ ਜਿਹੜੀ ਗੱਲ ਕਿ ਇੱਕ ਪਾਸੇ ਕਿਸਾਨਾਂ ਨੂੰ ਉੱਥੇ ਗੱਲਬਾਤ ਕਰਾ ਲਿਆ, ਬੁਲਾ ਲਿਆ, ਤੇ ਦੂਜੇ ਪਾਸੇ ਜਿਹੜੇ ਮੰਤਰੀਆਂ ਨੇ ਕਿਸਾਨਾਂ ਨਾਲ ਗੱਲ ਕਰਨੀ ਸੀ ਉਹਨਾਂ ਨੂੰ ਪੰਜਾਬ 'ਚ ਭੇਜਤਾ ਵੀ ਜਾਓ ਜਨਤਾ ਨੂੰ ਜਾ ਕੇ ਕਹੋ ਕਿ ਐਕਟ ਠੀਕ ਹੈ, ਸਮਝਾਓ ਤੁਸੀਂ ਜਾ ਕੇ। ਹਾਂ, ਸਮਝਾਓ ਵੀ ਐਕਟ ਠੀਕ ਹੈ, ਤੇ ਉਦੋਂ ਜਥੇਬੰਦੀ ਨੂੰ ਬੁਲਾ ਲਿਆ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਵੀ ਬਹੁਤ ਹੀ ਹਾਸੋਹੀਣਾ ਐਕਟ ਸੀਗਾ ਇਹ, ਤੇ ਇਸ ਤੋਂ ਲੱਗਦਾ ਵੀ ਸੈਂਟਰ ਗਵਰਨਮੈਂਟ ਹਜੇ ਗੰਭੀਰ ਨਹੀਂ ਹੈ। ਸੰਧੂ ਸਾਹਿਬ, ਫਿਰ ਹੁਣ ਤੁਹਾਡੀ ਪੋਲੀਟੀਕਲ ਐਕਟੀਵਿਟੀ ਪਹਿਲਾਂ ਨਾਲੋਂ ਕਾਫੀ ਵੱਧ ਗਈ ਹੈ। ਬਿਲਕੁਲ ਜੀ, ਬਿਲਕੁਲ ਜੀ। ਫਿਰ ਤੁਸੀਂ ਹੁਣ ਇਲੈਕਸ਼ਨ ਕਿਹੜੀ ਥਾਂ ਤੋਂ ਲੜੋਗੇ, ਸਨੌਰ ਤੋਂ ਜਾਂ ਘਨੌਰ ਤੋਂ? ਦੇਖੋ, ਸਾਡੇ ਜੋ ਕਰਮ ਭੂਮੀ ਹੈ, ਮੇਰੇ ਮਾਤਾ ਜੀ
ਮੇਰੇ ਪਿਤਾ ਜੀ ਸਾਹਿਬ ਜਸਦੇਵ ਸਿੰਘ ਸੰਧੂ ਉਹ ਘਨੌਰ ਤੋਂ ਤੇ ਸਨੌਰ ਦੋਨੋਂ ਹਲਕਿਆਂ ਤੋਂ ਇਲੈਕਸ਼ਨ ਲੜਦੇ ਰਹੇ ਹੈ, 8 ਵਾਰੀ ਐਮਐਲਏ ਵੀ ਰਹੇ ਹੈ ਤੇ ਮੈਨੂੰ ਵੀ ਢੀਂਡਸਾ ਸਾਹਿਬ ਨੇ ਕਿਹਾ ਵੀ ਦੋਨੋਂ ਹਲਕਿਆਂ 'ਚ ਕੰਮ ਕਰੋ। ਸਾਡੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ, ਕਿਉਂਕਿ ਪੰਜਾਬ ਦੇ ਵਿੱਚ ਵਿਰੋਧ ਹੋ ਰਹੇ ਨੇ ਖੇਤੀ ਆਰਡੀਨੈਂਸਾਂ ਲੈ ਕੇ, ਖੇਤੀ ਕਾਨੂੰਨਾਂ ਨੂੰ ਲੈ ਕੇ, ਤੇ ਕੇਂਦਰ ਸਰਕਾਰ ਵਜੀਦਾ ਆਪਣੇ ਫੈਸਲੇ ਤੋਂ ਉਹ ਇਹ ਆਪਣਾ ਫੈਸਲਾ ਵਾਪਸ ਮੁੜਨ ਲਈ ਤਿਆਰ ਨਹੀਂ, ਤੁਸੀਂ ਕੋਈ ਸੁਨੇਹਾ ਦੇਣਾ ਚਾਹੋ? ਮੈਂ ਤਾਂ ਇਹੀ ਕਹੂੰਗਾ ਕਿ ਵੀ ਜਿਹੜੇ ਹਿੰਦੁਸਤਾਨ ਦੀ 70% ਤੋਂ ਵੀ ਵੱਧ ਆਬਾਦੀ ਜਿਹੜੀ ਹੈ ਪਿੰਡਾਂ 'ਚ ਰਹਿੰਦੀ ਹੈ ਤੇ ਉਹਨਾਂ ਦਾ ਮੇਨ ਕਿੱਤਾ ਖੇਤੀਬਾੜੀ ਹੈ ਤੇ ਹਿੰਦੁਸਤਾਨ ਖੇਤੀਬਾੜੀ ਪ੍ਰਧਾਨ ਸੂਬਾ ਹੈ ਤੇ ਇਸ ਕਰਕੇ ਬੀਜੇਪੀ ਨੂੰ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਹੈ ਤੇ ਜੋ ਇਹਨਾਂ ਦੇ ਮੇਨ ਡਿਮਾਂਡਸ ਹੈ, ਜੋ ਮੈਂ ਬਾਰ-ਬਾਰ ਕਹਿ ਰਿਹਾ, ਐਮਐਸਪੀ ਦੀ ਤੇ ਸ਼ੋਰਟ ਮਾਰਕੀਟਿੰਗ ਦੀ, ਇਹ ਦੋਨੋਂ ਡਿਮਾਂਡ ਨੂੰ ਐਕਟ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ। ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਜਿਹੜਾ ਕਿਸਾਨ ਅੰਦੋਲਨ ਹੈ ਇਹ ਸਾਰੇ ਹਿੰਦੁਸਤਾਨ 'ਚ ਬਹੁਤ ਵੱਡੇ ਲੈਵਲ ਤੇ ਇੱਕ ਫੈਲ ਕੇ ਇੱਕ ਭਾਂਬੜ ਦਾ ਰੂਪ ਗ੍ਰਹਿਣ ਕਰੂਗਾ ਤੇ ਉਹ ਇੱਕ ਆਉਣ ਵਾਲੇ ਸਮੇਂ 'ਚ ਇੱਕ ਲਾਅ ਐਂਡ ਆਰਡਰ ਦੀ ਵੀ ਪ੍ਰੋਬਲਮ ਨਾ ਕ੍ਰੀਏਟ ਕਰ ਦੇ। ਸੰਧੂ ਸਾਹਿਬ, ਇੱਕ ਹੋਰ ਸਵਾਲ, ਤੁਸੀਂ ਕਾਂਗਰਸ ਪਾਰਟੀ ਵੀ ਜੁਆਇਨ ਕੀਤੀ ਸੀ ਤੇ ਫਿਰ ਥੋੜੇ ਟਾਈਮ ਬਾਅਦ ਤੁਸੀਂ ਕੁਇਟ ਕਰ ਗਏ, ਛੱਡ ਦਿੱਤੀ ਕਾਂਗਰਸ ਪਾਰਟੀ, ਉਹ ਸਫ਼ਰ ਨੂੰ ਕਿਵੇਂ ਦੇਖਦੇ ਹੋ, ਕਾਂਗਰਸ ਪਾਰਟੀ ਦੇ ਸਫ਼ਰ ਨੂੰ? ਨਹੀਂ, ਉਹ ਇੱਕ ਜਦੋਂ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਖਾਸ ਤੌਰ ਤੇ ਨਿੱਜੀ ਤੌਰ ਦੇ ਉੱਤੇ ਮੈਨੂੰ ਬੁਲਾਇਆ ਸੀ ਕਿ ਵੀ ਮਹਾਰਾਣੀ ਸਾਹਿਬ ਪਾਰਲੀਮੈਂਟ ਇਲੈਕਸ਼ਨ ਲੜ ਰਹੇ ਹੈ ਤੇ ਆਪਣੇ ਨਿੱਜੀ ਸੰਬੰਧ ਹੈ ਪਰਿਵਾਰਾਂ ਦੇ ਵੀ ਸਾਡੀ ਮਦਦ ਕਰੋ, ਤਾਂ ਮੈਂ ਨਿੱਜੀ ਤੌਰ ਦੇ ਉੱਤੇ ਉਹਨਾਂ ਨਾਲ ਲੱਗ ਕੇ ਇਹਨਾਂ ਦੀ ਮਹਾਰਾਜ ਸਾਹਿਬ ਦੀ ਮਦਦ ਕੀਤੀ ਸੀ। ਫਿਰ ਛੱਡਣ ਦੇ ਕੀ ਕਾਰਨ ਬਣੇ? ਨਹੀਂ, ਮੈਂ ਕੋਈ ਇਸ ਤਰ੍ਹਾਂ ਜੁਆਇਨਿੰਗ ਵਾਲੀ ਗੱਲ ਨਹੀਂ ਸੀ, ਮੈਂ ਤਾਂ ਉਹਨਾਂ ਦੀ ਮਦਦ ਕੀਤੀ ਪਰਿਵਾਰਕ ਤੌਰ ਦੇ ਉੱਤੇ ਤੇ ਉਸ ਤੋਂ ਬਾਅਦ ਮੈਂ ਮਹਿਸੂਸ ਕੀਤਾ ਵੀ ਹੁਣ ਇਸ ਤੋਂ ਬਾਅਦ ਮੈਂ ਉਹਨਾਂ ਦਾ ਸਾਥ ਨਹੀਂ ਦੇ ਸਕਦਾ ਤੇ ਇਸ ਕਰਕੇ ਉਹਨਾਂ ਨਾਲ ਕਿਹਾ, ਫਿਰ ਮੈਂ ਅਲੱਗ ਹੋ ਗਿਆ ਉਹਨਾਂ ਤੋਂ। ਧੰਨਵਾਦ ਸੰਧੂ ਸਾਹਿਬ, ਤੁਸੀਂ ਬਣੇ ਹੋਏ ਸਾਡੇ ਨਾਲ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ। ਦੋਸਤੋ, ਇਹ ਸਨ ਸਾਡੇ ਨਾਲ ਤੇਜਿੰਦਰਪਾਲ ਸਿੰਘ ਸੰਧੂ, ਐਸਐਸ ਬੋਰਡ ਤੇ ਸਾਬਕਾ ਚੇਅਰਮੈਨ, ਜਿਨ੍ਹਾਂ ਨੇ ਅੱਜ ਤੁਹਾਡੇ ਨਾਲ ਬੜੇ ਬੇਬਾਕ ਤਰੀਕੇ ਨਾਲ ਗੱਲਾਂ ਕੀਤੀਆਂ, ਜਿਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਹੁਣ ਉਹਨਾਂ ਸਿਧਾਂਤਾਂ ਦੇ ਪਹਿਰਾ ਨਹੀਂ ਦਿੰਦਾ ਜਿਨ੍ਹਾਂ ਸਿਧਾਂਤਾਂ ਨੂੰ ਲੈ ਕੇ ਅਸੀਂ ਅਕਾਲੀ ਦਲ ਦੇ ਵਿੱਚ ਕੰਮ ਕਰਦੇ ਸੀ, ਅਕਾਲੀ ਦਲ ਦੇ ਨਾਲ ਚੱਲਦੇ ਸੀ। ਇਹਨਾਂ ਨੇ ਹੋਰ ਵੀ ਤੁਹਾਡੇ ਨਾਲ ਖੇਤੀ ਆਰਡੀਨੈਂਸ ਤੇ ਹੋਰ ਬੜੀ ਸਿਆਸੀ ਤੌਰ ਤੇ ਗੱਲਾਂ ਕੀਤੀਆਂ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਪਾਰਟੀ ਜੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਚਲਾਈ ਜਾ ਰਹੀ ਹੈ, ਉਹਦੀ ਵੀ ਦੱਸਿਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰੂਪਰੇਖਾ ਕੀ ਹੋਵੇਗੀ। ਹੋਰ ਵੀ ਤੁਹਾਡੇ ਨਾਲ ਬੜੀਆਂ ਗੱਲਾਂ ਕੀਤੀਆਂ। ਤੁਸੀਂ ਬਣੇ ਰਹੋ ਸਾਡੇ ਨਾਲ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ। ਧੰਨਵਾਦ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।